भाई सामने सामने ओ यार वीडियो कर एक मिनट पीछे करें जो पढ़ ये सादा है ना फोटो कुछ होगी गुरनाम को बाहर काट एक मिनट बैठ के कर दिए पति 5 बैठ होगी चलो ਪ੍ਰੈਸ ਵਿੱਚ ਪਹੁੰਚੇ ਸਾਰੇ ਪੱਤਰਕਾਰ ਭਰਾਵਾਂ ਨੂੰ ਜੀ ਆਇਆਂ ਨੂੰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਭਾਰਤੀ ਸੰਵਿਧਾਨ ਨੂੰ ਲਾਗੂ ਹੋਏ ਇਸ 26 ਜਨਵਰੀ ਨੂੰ 72 ਸਾਲ ਪੂਰੇ ਹੋ ਜਾਣੇ। ਹਰ ਵਰੇ ਦਲ ਖਾਲਸਾ ਵੱਲੋਂ ਅਸੀਂ ਇਸ ਦਿਨ ਨੂੰ ਬਲੈਕ ਰਿਪਬਲਿਕ ਡੇ ਦੇ ਤੌਰ ਦੇ ਉੱਤੇ ਮਨਾਉਂਦੇ ਆਏ ਹਾਂ। ਅਲੱਗ-ਅਲੱਗ ਥਾਵਾਂ ਦੇ ਉੱਤੇ ਪ੍ਰੋਟੈਸਟ ਸੈਮੀਨਾਰਸ ਵਗੈਰਾ ਅਸੀਂ ਆਰਗੇਨਾਈਜ਼ ਕਰਦੇ ਆਏ ਹਾਂ। ਔਰ ਇਹ ਜਿਹੜੇ ਸਾਡੇ ਪ੍ਰੋਟੈਸਟ ਜਿਹੜੇ ਸੈਮੀਨਾਰਸ ਆ, ਇਹ ਜਿਹੜੀਆਂ ਸੰਵਿਧਾਨਕ ਵਧੀਕੀਆਂ ਸਾਡੇ ਉੱਤੇ ਕੀਤੀਆਂ ਗਈਆਂ ਪੰਜਾਬ ਦੇ ਉੱਤੇ, ਸਿੱਖਾਂ ਦੇ ਉੱਤੇ, ਉਸ ਦੇ ਵਿਰੋਧ ਦੇ ਵਿੱਚ ਅਸੀਂ ਇਸ ਨੂੰ ਬਲੈਕ ਰਿਪਬਲਿਕ ਡੇ ਦੇ ਤੌਰ ਦੇ ਉੱਤੇ ਜਿਹੜਾ ਆ ਉਹ ਪਿਛਲੇ ਕਈ ਸਾਲਾਂ ਤੋਂ ਮਨਾਉਂਦੇ ਆਏ ਆ। ਇਸ ਵਾਰ ਨੌਜਵਾਨ ਆਰਗੇਨਾਈਜੇਸ਼ਨਸ ਨੇ, ਜਿਹੜੀਆਂ ਯੂਥ ਆਰਗੇਨਾਈਜੇਸ਼ਨਸ ਹੈ, ਜਿਸ ਦੇ ਦਲ ਖਾਲਸਾ ਦਾ ਯੂਥ ਵਿੰਗ ਸਿੱਖ ਯੂਥ ਆਫ ਪੰਜਾਬ, ਜਿਨ੍ਹਾਂ ਦੇ ਪ੍ਰੈਜ਼ੀਡੈਂਟ ਭਾਈ ਗੁਰਨਾਮ ਸਿੰਘ ਜੀ ਮੂਨਕਾ ਸਾਡੇ ਨਾਲ ਮੌਜੂਦ ਨੇ। ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਜਿਹੜੇ ਮੁੱਖ ਸੇਵਾਦਾਰ ਨੇ ਸਰਦਾਰ ਕੰਵਰ ਚੜ੍ਹਤ ਸਿੰਘ ਜੀ, ਉਹ ਨੇ। ਔਰ ਉਹਨਾਂ ਦੇ ਨਾਲ ਸਿੱਖ ਸਟੂਡੈਂਟ ਫੈਡਰੇਸ਼ਨ ਭਿੰਡਰਾਂਵਾਲਿਆਂ ਦੇ ਮੁਖੀ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਦੇ। ਇਹਨਾਂ ਨੌਜਵਾਨ ਜਥੇਬੰਦੀਆਂ ਨੇ ਇਸ ਵਾਰ ਜਿਹੜਾ 26 ਤਰੀਕ ਨੂੰ ਜਿਹੜੀਆਂ ਜੋ ਕਰੰਟ ਇਸ਼ੂਜ਼ ਨੇ, ਪਲੱਸ ਜਿਹੜੀਆਂ ਸਾਡੇ ਨਾਲ ਜਿਹੜੀਆਂ ਸੰਵਿਧਾਨਕ ਗੁਲਾਮੀ ਜਿਹੜੀ ਸਾਨੂੰ ਵਾਰ-ਵਾਰ ਅਹਿਸਾਸ ਕਰਾਈ ਜਾਂਦੀ ਹੈ, ਉਸ ਨੂੰ ਮੁੱਖ ਰੱਖਦੇ ਹੋਏ ਇਹਨਾਂ ਨੇ ਇਸ ਵਾਰ 26 ਤਰੀਕ ਨੂੰ ਕੋਈ ਪ੍ਰੋਗਰਾਮ ਕਰਨ ਦਾ ਜਿਹੜਾ ਮਾਨਿਆ ਆਪਣਾ ਉਹ ਬਣਾਇਆ। ਉਸ ਦੇ ਬਾਰੇ ਦੇ ਵਿੱਚ ਇਹ ਜਿਹੜੇ ਨੌਜਵਾਨ ਆਗੂ ਨੇ, ਇਹ ਜਿਹੜਾ ਸਾਰਾ ਉਹ ਇਸ਼ੂਜ਼ ਨੇ ਜਿਹੜੇ ਉਹਨਾਂ ਨੂੰ ਕਿਸ ਤਰੀਕੇ ਦੇ ਨਾਲ ਸੋਚਦੇ ਨੇ ਜਾਂ ਕੀ ਅਸੀਂ ਪ੍ਰੋਗਰਾਮ ਸੋਚਿਆ, ਉਸ ਦੇ ਬਾਰੇ ਦੇ ਵਿੱਚ ਇਹ ਜਥੇਬੰਦੀਆਂ ਦੇ ਆਗੂ ਸਾਹਿਬਾਨ ਜਿਹੜੇ ਨੇ ਉਹ ਤੁਹਾਨੂੰ ਬਰੀਫ ਕਰਨਗੇ। ਸੋ ਹੁਣ ਮੈਂ ਆਪਣੇ ਵੱਲੋਂ ਜਿਹੜਾ ਆ ਉਹ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਜਿਹੜੇ ਪ੍ਰਧਾਨ ਨੇ ਸਰਦਾਰ ਕੰਵਰ ਚੜ੍ਹਤ ਸਿੰਘ ਜੀ, ਉਹਨਾਂ ਨੂੰ ਬੇਨਤੀ ਕਰਾਂਗਾ ਕਿ ਉਹ ਬਰੀਫਲੀ ਜਿਹੜੇ ਇਸ਼ੂਜ਼ ਨੇ ਉਹਨਾਂ ਨੂੰ ਬਰੀਫ ਕਰਨ। ਔਰ ਉਸ ਤੋਂ ਬਾਅਦ ਜੋ ਅਗਲਾ ਪ੍ਰੋਗਰਾਮ ਉਲੀਕਿਆ ਜਾਣਾ ਆ, ਉਹ ਬਾਕੀ ਜਿਹੜੀਆਂ ਨੌਜਵਾਨ ਜਥੇਬੰਦੀਆਂ ਦੇ ਜਿਹੜੇ ਨੁਮਾਇੰਦੇ ਬੈਠੇ ਨੇ ਉਹ ਤੁਹਾਡੇ ਨਾਲ ਜਿਹੜੀ ਗੱਲ ਹੈ ਉਹ ਡਿਸਕਸ ਸਾਰੀ ਕਰਨਗੇ। ਸੋ ਹੁਣ ਤੁਹਾਡੇ ਨਾਲ ਜਿਹੜੇ ਸਰਦਾਰ ਕੰਵਰ ਚੜ੍ਹਤ ਸਿੰਘ ਜੀ ਉਹ ਅਗਲੀ ਗੱਲਬਾਤ ਜਿਹੜੀ ਉਹ ਕਰਨਗੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਿਵੇਂ ਕਿ ਮੰਡ ਸਾਹਿਬ ਨੇ ਇਹ ਗੱਲ ਕਲੀਅਰ ਕੀਤੀ ਹੈ ਕਿ ਭਾਰਤ ਨੂੰ ਸੰਵਿਧਾਨ ਮਿਲਿਆ ਨੂੰ, ਇਹਦੀ ਬਣਤਰ ਹੋਏ ਨੂੰ 70 ਸਾਲ ਤੋਂ ਪਲੱਸ ਹੋ ਗਏ ਨੇ, ਪਰ ਜਿਹੜੀ ਕੌਮ ਨੇ ਇਸ ਦੇਸ਼ ਦੇ ਲਈ ਸਭ ਤੋਂ ਜ਼ਿਆਦਾ ਸਿਰ ਵਾਰੇ ਨੇ, ਫਾਂਸੀ ਦੇ ਫੰਦੇ ਚੁੰਮੇ ਨੇ, ਕੁਰਬਾਨੀਆਂ ਕੀਤੀਆਂ ਨੇ, ਕਾਲੇ ਪਾਣੀ ਦੀ ਸਜ਼ਾਵਾਂ ਹੰਢਾਈਆਂ ਨੇ, ਉਸ ਕੌਮ ਨੂੰ ਕਿਤੇ ਨਾ ਕਿਤੇ ਨੁਕਰੇ ਕੀਤਾ ਜਾ ਰਿਹਾ। ਭਾਵੇਂ ਉਹ 47 ਦੀ ਵੰਡ ਪੰਜਾਬ ਦੇ ਵਿੱਚੋਂ ਹੋਵੇ, ਭਾਵੇਂ ਉਹ ਬਾਅਦ ਚੋਂ ਹਰਿਆਣਾ ਹਿਮਾਚਲ ਬਣ ਜਾਣਾ ਹੋਵੇ, ਭਾਵੇਂ ਉਹ ਪੰਜਾਬ ਦੇ ਪਾਣੀਆਂ ਦਾ ਮਸਲਾ ਹੀ ਕਿਉਂ ਨਾ ਹੋਵੇ। ਕਿਉਂਕਿ ਅੱਜ ਕੱਲ੍ਹ ਇੱਕ ਬਹੁਤ ਬ੍ਰੇਕਿੰਗ ਨਿਊਜ਼ ਆ ਰਹੀ ਸੀ ਅੱਜ ਕੱਲ੍ਹ ਕਿ ਵੀ ਸਰਸਵਤੀ ਨਦੀ ਜਿਹੜੀ ਹੈ ਕਈ ਹਜ਼ਾਰ ਸਾਲ ਪਹਿਲਾਂ ਚੱਲਦੀ ਸੀ, ਤਾਂ ਉਸ ਨੂੰ ਰਿਵਾਈਵ ਕਰਨ ਦੇ ਲਈ MOU ਦਿੱਤਾ ਜਾਣਾ ਹੈ ਹਿਮਾਚਲ ਪ੍ਰਦੇਸ਼ ਦੇ CM ਅਤੇ ਹਰਿਆਣਾ ਦੇ CM ਨੂੰ। ਮੈਂ ਪੁੱਛਣਾ ਚਾਹੁੰਦਾ ਹੈ ਕਿ ਪੰਜਾਬ ਦੇ ਪਾਣੀਆਂ ਦੀ ਕੀਮਤ ਨਹੀਂ, ਕਿ ਪੰਜਾਬ ਦੇ ਜੋ ਪਾਣੀ ਸੀ ਉਹਨਾਂ ਦੀ ਕੀਮਤ ਘੱਟ ਹੈ, ਜੋ ਦਰਿਆ ਆਲਰੇਡੀ ਵਗ ਰਹੇ ਨੇ, ਜੋ ਸਾਡਾ ਬਣਦਾ ਹੱਕ ਹੈ ਕਿ ਉਹ ਸਾਨੂੰ ਮਿਲਣਾ ਨਹੀਂ ਚਾਹੀਦਾ। ਇਹਦੇ ਸੰਬੰਧ 'ਚ ਵੀ ਪ੍ਰੋਟੈਸਟ ਹੋਏਗਾ। ਦੂਸਰਾ ਕਿ ਕਿਤੇ ਨਾ ਕਿਤੇ ਆਪਾਂ ਵੇਖਦੇ ਹਾਂ ਕਿ ਕੌਨਸਟੀਟਿਊਸ਼ਨਲ ਅਮੈਂਡਮੈਂਟਸ ਕਰਕੇ ਯੂਨੀਲੈਟਰਲ ਕੰਟਰੋਲ ਜਿਹੜਾ ਹੈ ਉਹ ਗਵਰਨਮੈਂਟ ਸਿੱਖਾਂ ਨੂੰ ਪ੍ਰੈਸ ਕਰਨ ਦੇ ਵਿੱਚ ਆਪਣਾ ਯੂਜ਼ ਕਰਦੀ ਹੈ। ਉਹ ਭਾਵੇਂ ਇਹ ਫਾਰਮ ਲਾਜ਼ ਦੀ ਗੱਲ ਆਪਾਂ ਕਰ ਲਈਏ, ਭਾਵੇਂ ਆਪਾਂ ਜੇ ਇਨ ਰੈਟਰੋਸਪੈਕਟ ਆਪਾਂ ਗੱਲ ਕਰਨੀ ਹੈ, ਵੀ ਕੈਨ ਟਾਕ ਅਬਾਊਟ ਕਿ ਜੀ ਜਿਹੜੀ 25B ਹੈ ਉਹਦੇ ਖਿਲਾਫ ਵੀ ਜਿਹੜਾ ਹੈ ਪ੍ਰੈਜ਼ੀਡੈਂਟ ਨੂੰ ਉਹ ਅਪੀਲ ਕੀਤੀ ਗਈ ਸੀ, ਬਟ ਪ੍ਰੈਜ਼ੀਡੈਂਟ ਨੇ ਉਹਨੂੰ ਨਕਾਰ ਦਿੱਤਾ ਸੀ। ਉਹ ਭਾਵੇਂ ਆਨੰਦ ਮੈਰਿਜ ਐਕਟ ਹੋਵੇ। ਕਹਿਣ ਤੋਂ ਭਾਵ ਹੈ ਕਿ ਬਹੁਤ ਸਾਰੇ ਐਸੇ ਮਸਲੇ ਨੇ ਜੋ ਸਿੱਖ ਚਾਹੁੰਦੇ ਨੇ ਕਿ ਉਹਨਾਂ ਦਾ ਹੱਲ ਹੋਵੇ। ਦੈਨ ਆਲ ਦਾ ਵੇ ਫਰੋਮ 1947 ਟੂ 84 ਸਾਡੇ ਨਾਲ ਕੀ ਹੋਇਆ, ਫਿਰ ਆਪਰੇਸ਼ਨ ਬਲੂ ਸਟਾਰ, ਆਪਰੇਸ਼ਨ ਬਲੈਕ ਥੰਡਰ, ਆਪਰੇਸ਼ਨ ਵੁੱਡ ਰੋਜ਼, ਆਪਰੇਸ਼ਨ ਨਾਈਟ ਡੋਮੀਨੈਂਟਸ, ਇਹ ਸਾਰੇ ਜਿਹੜੇ ਹੈ ਇੱਕ ਲੀਗਲ ਪ੍ਰੋਸੀਜਰ ਦੇ ਨਾਲ ਇਹਨਾਂ ਦਾ ਨੇਮ ਦੇ ਕੇ ਕਿ ਜੀ ਇਹ ਲੀਗਲ ਨੇ, ਉਹਨਾਂ ਨੂੰ ਸਿੱਖਾਂ ਦੇ ਖਿਲਾਫ ਜਿਹੜਾ ਹੈ ਉਹ ਵਰਤਿਆ ਜਾਂਦਾ, ਪੰਜਾਬੀਆਂ ਦੇ ਖਿਲਾਫ ਜਿਹੜਾ ਹੈ ਉਹ ਵਰਤਿਆ ਜਾਂਦਾ। ਜੋ ਸਾਡੇ ਅਧਿਕਾਰ ਨੇ
ਉਹਨਾਂ ਨੂੰ ਖੋਹਣ ਦੀ ਜੋ ਸਾਜ਼ਿਸ਼ ਹੈ ਉਹ ਸਰਕਾਰ ਬਾਰ-ਬਾਰ ਕਰਦੀ ਆ ਰਹੀ ਹੈ। ਮੈਂ ਪੁੱਛਣਾ ਚਾਹੁੰਦਾ ਹਾਂ ਕਿ ਕੀ ਪੰਜਾਬੀਆਂ ਦੀ ਕੰਟਰੀਬਿਊਸ਼ਨਸ ਜਾਂ ਸਿੱਖਾਂ ਦੀ ਕੰਟਰੀਬਿਊਸ਼ਨਸ ਇਸ ਦੇਸ਼ ਦੀ ਆਜ਼ਾਦੀ ਦੇ ਵਿੱਚ, ਕਿਉਂਕਿ ਆਜ਼ਾਦੀ ਨੂੰ ਹੀ ਸਮਰਪਿਤ ਇਹ ਵੀ ਦਿਹਾੜਾ ਹੁੰਦਾ ਹੈ, ਸਾਡੀ ਫਰੀडम ਨੂੰ ਸਮਰਪਿਤ ਇਹ ਵੀ ਦਿਹਾੜਾ ਹੁੰਦਾ ਹੈ। ਸੋ ਸਿੱਖ ਵੀ ਉਸ ਫਰੀडम ਦਾ ਨਿੱਘ ਮਾਨਣਾ ਚਾਹੁੰਦੇ ਨੇ। ਸੋ ਸਾਡਾ ਉਹ ਜਿਹੜਾ ਇੱਕ ਫਰੀडम ਹੈ ਉਸ ਨੂੰ ਕਿਉਂ ਬਾਰ-ਬਾਰ ਸਰਕਾਰ ਜਿਹੜਾ ਓਪਰੈਸ ਕਰਕੇ ਤੇ ਖੋਇਆ ਜਾ ਰਿਹਾ। ਤੇ ਜੋ ਅੱਜ ਕੱਲ੍ਹ ਦਾ ਇੱਕ ਹੋਰ ਇਸ਼ੂ ਹੈ ਜਿਹਦੇ ਤੇ ਮੈਂ ਚਾਨਣਾ ਪਾਉਣਾ ਚਾਹਾਂਗਾ ਤੇ ਫਿਰ ਭਾਈ ਸਾਹਿਬ ਉਹਨੂੰ ਐਕਸਪਲੇਨ ਕਰਨਗੇ ਕਿ ਬੰਦੀ ਸਿੱਖਾਂ ਦੀ ਰਿਹਾਈ। ਕਿ ਅਸੀਂ ਬਾਰ-ਬਾਰ ਦੇਖਦੇ ਹਾਂ ਕਿ ਇੱਕ ਪਾਸਿਓਂ ਸਾਨੂੰ ਵਨ ਹੈਂਡ ਫਰੀडम ਦਿੱਤੀ ਜਾਂਦੀ ਹੈ, ਦੂਸਰੇ ਹੱਥ ਸੜ ਤੋਂ ਉਹ ਖੋਈ ਜਾਂਦੀ ਹੈ। ਸੋ ਇਹ ਐਸਾ ਕਿਉਂ ਹੋ ਰਿਹਾ ਹੈ? ਤੇ ਜਿੱਥੇ ਤੱਕ ਬੰਦੀ ਸਿੱਖਾਂ ਦੀ ਗੱਲ ਆਉਂਦੀ ਹੈ ਤੇ ਅਸੀਂ ਇਸ ਕਾਰਨ ਨਹੀਂ ਇਸ ਇਸ਼ੂ ਨੂੰ ਲੈ ਕੇ ਆ ਰਹੇ ਕਿਉਂਕਿ ਜੀ ਇਲੈਕਸ਼ਨਸ ਆ ਰਹੀਆਂ ਨੇ। ਨੋ, ਇਹ ਬਹੁਤ ਦੇਰ ਦਾ ਮਸਲਾ ਹੈ। ਪਰ ਬਿਕੋਜ਼ ਨਾਓ ਫੋਰ ਐਗਜ਼ਾਮਪਲ ਕਿ ਭੁੱਲਰ ਸਾਹਿਬ ਦਾ ਮਸਲਾ ਹੈ, ਕੇਜਰੀਵਾਲ ਇਜ਼ ਕਮਿੰਗ ਓਵਰ ਹੇਅਰ ਕਿ ਆਈ ਵਿਲ ਗਿਵ ਯੂ ਰਾਈਟਸ, ਇਫ ਯੂ ਆਰ ਹੇਅਰ ਟੂ ਗਿਵ ਅਸ ਰਾਈਟਸ, if you are here to speak, if you are here to provide freedom to the people of Punjab, then ਆਪਣੀ ਜੋ ਚੁੱਪੀ ਹੈ ਭੁੱਲਰ ਸਾਹਿਬ ਦੇ ਮਸਲੇ ਤੇ ਉਹ ਤੋੜਨ ਤੇ ਉਹਨਾਂ ਨੂੰ ਇਨਸਾਫ ਦੇਣ। ਸੋ ਇਸੇ ਸੰਦਰਭ ਦੇ ਵਿੱਚ ਸਾਡਾ ਜੋ ਪ੍ਰੋਟੈਸਟ ਹੈ 26 ਤਰੀਕ ਨੂੰ ਉਹ 3 ਯੂਥ ਆਰਗੇਨਾਈਜੇਸ਼ਨਸ ਤੇ ਦਲ ਖਾਲਸਾ ਵੱਲੋਂ ਜਿਹੜਾ ਕੀਤਾ ਜਾ ਰਿਹਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਰਣਜੀਤ ਸਿੰਘ ਜੀ। ਵਾਹਿਗੁਰੂ ਜੀ ਕੀ ਫਤਿਹ। ਸੋ 26 ਜਨਵਰੀ 1950 ਨੂੰ ਜਿਹੜਾ ਭਾਰਤ ਦਾ ਜਿਹੜਾ ਸੰਵਿਧਾਨ ਸੀ ਉਹ ਲਾਗੂ ਹੋਇਆ ਸੀ, ਪਰ ਇਸ ਸੰਵਿਧਾਨ ਦੇ ਉੱਤੇ ਜਿਹੜੇ ਸਿੱਖ ਨੁਮਾਇੰਦੇ ਸਨ ਉਹਨਾਂ ਨੇ ਦਸਤਖਤ ਨਹੀਂ ਕੀਤੇ ਸਨ, ਸਰਦਾਰ ਭੁਪਿੰਦਰ ਸਿੰਘ ਜੀ ਅਤੇ ਸਰਦਾਰ ਹੁਕਮ ਸਿੰਘ ਜੀ, ਕਿਉਂਕਿ ਇਸ ਸੰਵਿਧਾਨ ਦੇ ਵਿੱਚ ਸਿੱਖਾਂ ਦੀ ਜਿਹੜੀ ਵੱਖਰੀ ਹੋਂਦ ਹਸਤੀ ਆ, ਸਿੱਖਾਂ ਦਾ ਜਿਹੜਾ ਨਿਆਰਾਪਨ ਆ ਉਹਨੂੰ ਨਹੀਂ ਮੰਨਿਆ ਗਿਆ। ਜਿਹੜਾ ਸਿੱਖ ਧਰਮ ਆ ਉਹ ਇੱਕ ਵੱਖਰਾ ਧਰਮ ਆ, ਸਿੱਖ ਕੌਮ ਇੱਕ ਵੱਖਰੀ ਕੌਮ ਆ। ਪਰ ਹਿੰਦੂ ਮਤ ਨੇ ਜਿਵੇਂ ਬੁੱਧ ਧਰਮ ਨੂੰ ਅਤੇ ਜੈਨ ਮਤ ਨੂੰ ਆਪਣੇ ਦੇ ਵਿੱਚ ਨਿਗਲ ਲਿਆ, ਇਸੇ ਤਰ੍ਹਾਂ ਸਿੱਖ ਧਰਮ ਨੂੰ ਵੀ ਆਪਣੇ ਵਿੱਚ ਨਿਗਲਣ ਦੀ ਜਿਹੜੀ ਕੋਸ਼ਿਸ਼ ਆ ਉਹ ਕੀਤੀ। ਹਾਲਾਂਕਿ 1947 ਦੀ ਅਖੌਤੀ ਆਜ਼ਾਦੀ ਤੋਂ ਪਹਿਲਾਂ ਸਿੱਖਾਂ ਦੇ ਨਾਲ, ਸਿੱਖ ਨੁਮਾਇੰਦਿਆਂ ਦੇ ਨਾਲ ਹਿੰਦੂ ਹਾਕਮਾਂ ਨੇ ਇਹ ਵਾਅਦੇ ਕੀਤੇ ਸਨ ਕਿ ਉੱਤਰੀ ਭਾਰਤ ਦੇ ਵਿੱਚ ਸਿੱਖਾਂ ਨੂੰ ਇੱਕ ਅਜਿਹਾ ਖਿੱਤਾ ਦਿੱਤਾ ਜਾਵੇਗਾ ਜਿੱਥੇ ਸਿੱਖ ਆਜ਼ਾਦੀ ਦਾ ਜਿਹੜਾ ਨਿੱਘ ਆ ਉਹ ਮਾਣ ਸਕਣਗੇ। ਅਤੇ ਇਸੇ ਤਰ੍ਹਾਂ ਇਹ ਵੀ ਗੱਲ ਆਖੀ ਗਈ ਸੀ ਨਹਿਰੂ, ਗਾਂਧੀ ਅਤੇ ਪਟੇਲ ਵਰਗੇ ਹਾਕਮਾਂ ਤੋਂ ਕਿ ਆਜ਼ਾਦੀ ਤੋਂ ਬਾਅਦ ਕੋਈ ਵੀ ਅਜਿਹਾ ਜਿਹੜਾ ਕਾਨੂੰਨ ਆ ਉਹ ਪਾਸ ਨਹੀਂ ਕੀਤਾ ਜਾਵੇਗਾ ਜਿਹੜਾ ਸਿੱਖਾਂ ਨੂੰ ਮਨਜ਼ੂਰ ਨਹੀਂ ਹੋਵੇਗਾ। ਪਰ 1947 ਦੀ ਆਜ਼ਾਦੀ ਤੋਂ ਬਾਅਦ ਹਿੰਦੂ ਹਾਕਮਾਂ ਨੇ ਸਿੱਖਾਂ ਦੇ ਨਾਲ ਜਿਹੜੇ ਵਿਤਕਰੇ ਆ, ਬੇਇਨਸਾਫੀਆਂ ਆ, ਜ਼ੁਲਮ ਆ ਉਹ ਕਰਨੇ ਸ਼ੁਰੂ ਕਰ ਦਿੱਤੇ ਕਿ ਕਿਵੇਂ 2 ਮਹੀਨਿਆਂ ਬਾਅਦ ਹੀ ਜਿਹੜਾ ਸਾਨੂੰ ਜਰਾਇਮ ਪੇਸ਼ਾ ਜਿਹੜੀ ਕੌਮ ਐਲਾਨਿਆ ਇਹਨਾਂ ਦੇ ਵੱਲੋਂ ਗਿਆ ਆ। ਫਿਰ ਬੋਲੀਆਂ ਦੇ ਆਧਾਰ ਤੇ ਜਦੋਂ ਸੂਬੇ ਬਣਦੇ ਆ ਉਦੋਂ ਵੀ ਸਾਡੇ ਨਾਲ ਜ਼ੁਲਮ, ਧੱਕਾ, ਜਿਹੜਾ ਵਿਤਕਰਾ ਆ ਉਹ ਕੀਤਾ ਗਿਆ। ਕੌਮ ਨੂੰ ਲੰਬਾ ਜਿਹੜਾ ਸੰਘਰਸ਼ ਆ ਉਹ ਸਮੇਂ ਲੜਨਾ ਪੈਂਦਾ ਆ। ਤਕਰੀਬਨ 50,000 ਤੋਂ ਵੱਧ ਸਿੱਖਾਂ ਨੂੰ ਜਿਹੜੀਆਂ ਗ੍ਰਿਫਤਾਰੀਆਂ ਆ ਉਹ ਦੇਣੀਆਂ ਪੈਂਦੀਆਂ ਆ। ਇਸ ਤੋਂ ਬਾਅਦ ਵੀ ਜੇਕਰ ਆਪਾਂ ਦੇਖੀਏ 1984 ਦੇ ਵਿੱਚ ਦਰਬਾਰ ਸਾਹਿਬ ਉੱਤੇ ਜਿਹੜਾ ਹਮਲਾ ਆ ਉਹ ਹੁੰਦਾ ਆ, ਤੇ ਹੁਣ ਵੀ ਜਿਹੜੇ ਸਾਡੇ ਉੱਤੇ ਜਿਹੜੇ ਕਾਲੇ ਕਾਨੂੰਨ ਆ ਉਹ ਠੋਸੇ ਜਾ ਰਹੇ ਆ। ਜੇਕਰ ਆਪਾਂ ਬੰਦੀ ਸਿੰਘਾਂ ਦੀ ਰਿਹਾਈਆਂ ਦੀ ਗੱਲ ਕਰੀਏ ਤੇ ਬੰਦੀ ਸਿੰਘ ਆਪਣੀਆਂ ਜਿਹੜੀਆਂ ਸਜ਼ਾਵਾਂ ਆ ਉਹ ਪੂਰੀਆਂ ਕਰ ਚੁੱਕੇ ਆ, ਜਿਨ੍ਹਾਂ ਦੇ ਵਿੱਚ ਜਥੇਦਾਰ ਭਾਈ ਜਗਤਾਰ ਸਿੰਘ ਜੀ ਹਵਾਰਾ, ਭਾਈ ਜਗਤਾਰ ਸਿੰਘ ਜੀ ਤਾਰਾ, ਭਾਈ ਬਲਵੰਤ ਸਿੰਘ ਰਾਜੋਆਣਾ, ਭਾਈ ਪਰਮਜੀਤ ਸਿੰਘ ਭਿਓਰਾ, ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ, ਭਾਈ ਗੁਰਦੀਪ ਸਿੰਘ ਖੈੜਾ, ਭਾਈ ਸ਼ਮਸ਼ੇਰ ਸਿੰਘ, ਭਾਈ ਲਖਵਿੰਦਰ ਸਿੰਘ, ਇਸ ਤਰ੍ਹਾਂ ਜਿਹੜੇ ਸਾਡੇ ਜਿਹੜੇ ਸਿੰਘ ਆ ਉਹ ਆਪਣੀਆਂ ਸਜ਼ਾਵਾਂ ਪੂਰੀਆਂ ਵੀ ਕਰ ਚੁੱਕੇ ਆ, ਪਰ ਗੈਰ ਕਾਨੂੰਨੀ ਤਰੀਕੇ ਦੇ ਨਾਲ ਉਹਨਾਂ ਨੂੰ ਅੱਜ ਵੀ ਹਿਰਾਸਤਾਂ ਦੇ ਵਿੱਚ ਜਿਹੜਾ ਨਜ਼ਰਬੰਦ ਕਰਕੇ ਆ ਉਹ ਰੱਖਿਆ ਹੋਇਆ ਆ। ਇੱਥੋਂ ਸਾਫ਼ ਪਤਾ ਲੱਗਦਾ ਆ ਕਿ ਘੱਟ ਗਿਣਤੀਆਂ ਲਈ ਜਿਹੜਾ ਕਾਨੂੰਨ ਹੋ ਰਿਹਾ ਤੇ ਬਹੁ ਗਿਣਤੀ ਦੇ ਲਈ ਜਿਹੜਾ ਹੋ ਰਿਹਾ, ਸਿੱਖਾਂ ਦੇ ਨਾਲ ਜਿਹੜੇ ਧੱਕੇ, ਜ਼ੁਲਮ, ਵਿਤਕਰੇ ਆ ਉਹ ਕੀਤੇ ਜਾਂਦੇ ਆ। ਸੋ ਇਸ ਕਰਕੇ 26 ਜਨਵਰੀ ਦੇ ਜਿਹੜੇ ਜਸ਼ਨ ਆ ਉਹ ਸਾਡੇ ਲਈ ਕੋਈ ਮਾਇਨੇ ਨਹੀਂ ਰੱਖਦੇ। ਅਸੀਂ ਇਹਨਾਂ 26 ਜਨਵਰੀ ਦੇ ਜਸ਼ਨਾਂ ਦਾ ਜਿਹੜਾ ਬਾਈਕਾਟ ਆ ਉਹ ਕਰਦੇ ਆ ਤੇ ਇਸ ਦਿਨ ਜਿਹੜਾ ਅਸੀਂ ਰੋਸ ਦਿਵਸ ਵਜੋਂ ਮਨਾਵਾਂਗੇ। ਕਾਲੇ ਝੰਡੇ ਲੈ ਕੇ ਅਸੀਂ ਸੜਕਾਂ ਦੇ ਉੱਤੇ ਉਤਰਾਂਗੇ, ਕਿਉਂਕਿ ਇਸ ਦੇਸ਼ ਦੇ ਵਿੱਚ ਲਗਾਤਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਜਿਹੜੀਆਂ ਬੇਅਦਬੀਆਂ ਆ ਉਹ ਹੋ ਰਹੀਆਂ ਆ। ਬਾਈਬਲ ਜਿਹੜਾ ਗੋਲੀ ਕਾਂਡ ਆ ਉਹ ਜਾਂ ਬਰਗਾੜੀ ਕਾਂਡ ਆ ਉਹ ਸਾਡੇ ਸਾਹਮਣੇ ਆ। ਸ਼ਿਲਾਂਗ ਦੇ ਵਿੱਚ ਜਿਹੜਾ ਸਿੱਖਾਂ ਨੂੰ ਆ ਉਹ ਉਜਾੜਿਆ ਗਿਆ ਆ। ਇਸ ਤਰ੍ਹਾਂ ਦੇ ਜਿਹੜੇ ਕਈ ਮਸਲੇ ਆ ਜਿਹੜੇ ਸੰਵਿਧਾਨ ਦੀ ਆੜ ਹੇਠ ਸਿੱਖਾਂ ਨੂੰ ਦਬਾਇਆ ਜਾ ਰਿਹਾ ਆ। ਸਿੱਖਾਂ ਉੱਤੇ ਜ਼ੁਲਮ, ਵਿਤਕਰੇ, ਬੇਇਨਸਾਫੀਆਂ ਕੀਤੀਆਂ ਜਾ ਰਹੀਆਂ। ਇਹਨਾਂ ਬੇਇਨਸਾਫੀਆਂ ਦੇ ਵਿਰੋਧ ਦੇ ਵਿੱਚ ਅਸੀਂ ਜਿਹੜਾ ਸੜਕਾਂ 'ਤੇ ਉਤਰਾਂਗੇ।
ਤੇ ਇਸ ਸਰਕਾਰ ਦੇ ਵਿਰੋਧ ਵਿੱਚ ਜਾਂ ਸੰਵਿਧਾਨ ਦੇ ਵਿਰੋਧ ਦੇ ਵਿੱਚ ਅਸੀਂ ਆਪਣਾ ਜਿਹੜਾ ਪ੍ਰੋਟੈਸਟ ਆ ਉਹ ਕਰਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਜੋ ਕੀ ਪ੍ਰੋਟੈਸਟ ਦੀ ਵਾਹਿਗੁਰੂ ਜੀ ਕੀ ਫਤਿਹ। ਜਿਸ ਤਰੀਕੇ ਨਾਲ ਮੇਰੇ ਸਾਥੀਆਂ ਨੇ 26 ਜਨਵਰੀ ਨੂੰ ਇੱਕ ਬਲੈਕ ਡੇ ਮਨਾਉਣ ਦਾ ਅਸੀਂ ਜਿਹੜਾ ਪ੍ਰਣ ਕੀਤਾ ਹੈ ਨੌਜਵਾਨ ਜਥੇਬੰਦੀਆਂ ਨੇ, ਉਹਦੇ ਵਿੱਚ ਜਿਸ ਤਰੀਕੇ ਨਾਲ ਇਸ ਸੰਵਿਧਾਨ ਦੀ ਆੜ ਹੇਠ ਲਗਾਤਾਰ ਪਿਛਲੇ ਲੰਮੇ ਸਮੇਂ ਤੋਂ, ਅੱਜ ਤੋਂ 72 ਸਾਲ ਤੋਂ ਲਗਾਤਾਰ ਪੰਜਾਬ ਨੂੰ, ਸਿੱਖਾਂ ਨੂੰ, ਚੰਡੀਗੜ੍ਹ ਦਾ ਮਸਲਾ ਜਾਂ ਇੱਥੇ ਹਿਮਾਚਲ ਨੂੰ ਦੇ ਦਿੱਤਾ ਜਾਂਦਾ ਹਿੱਸਾ, ਹਰਿਆਣੇ ਨੂੰ ਦੇ ਦਿੱਤਾ, ਅਲੱਗ-ਅਲੱਗ ਮਸਲਿਆਂ ਦੇ ਉੱਪਰ ਜਿਹੜੀ ਗੱਲ ਕੀਤੀ ਹੈ, ਉਹ ਸਾਰੇ ਸਾਡੇ ਪੰਜਾਬ ਦੇ ਨਾਲ ਇਸ ਸੰਵਿਧਾਨ ਦੇ ਹੇਠ ਹੀ ਆੜ ਹੇਠ ਹੀ ਕੀਤੇ ਜਾ ਰਹੇ ਨੇ। ਤੇ ਜਿਸ ਸੰਵਿਧਾਨ ਨੂੰ ਅੱਜ ਸਰਬ ਉੱਚ ਮੰਨਿਆ ਜਾ ਰਿਹਾ ਆ, ਉਸ ਸੰਵਿਧਾਨ ਦੇ ਵਿੱਚ ਲਗਾਤਾਰ ਪਿਛਲੇ 72 ਸਾਲਾਂ ਦੇ ਵਿੱਚ 125 ਤੋਂ ਵੱਧ ਅਮੈਂਡਮੈਂਟ ਇਹਦੇ ਵਿੱਚ ਹੋ ਚੁੱਕੀਆਂ ਨੇ। ਸਰਕਾਰ ਸਟੇਟ ਜਿਹੜੇ ਵੀ ਮੌਕੇ ਤੇ ਆਂਦੀ ਉਹ ਉਸ ਨੂੰ ਆਪਣੀ ਜਿਹੜੀ ਤੇ ਉਸ ਨੂੰ ਅੜਿੱਕਾ ਬਣਦੀ ਏ, ਘੱਟ ਗਿਣਤੀਆਂ ਤੇ ਧੱਕੇਸ਼ਾਹੀ ਕਰ ਲਏ, ਉਹਨਾਂ ਦੀ ਨਸਲਕੁਸ਼ੀ ਕਰ ਲਏ, ਜਿਹੜੇ ਦੇ ਕਾਨੂੰਨ ਉਹਨਾਂ ਲਈ ਅੜਿੱਕਾ ਬਣਦੇ ਨੇ, ਜਿਹੜੇ ਸੰਵਿਧਾਨ ਉਹਨਾਂ ਅੜਿੱਕਾ ਬਣਦਾ ਹੈ, ਉਹਨੂੰ ਆਪਣੇ ਤਰੀਕੇ ਨਾਲ ਢਾਲ ਕੇ ਉਹਨੂੰ ਚੇਂਜ ਕਰ ਲੈਂਦੇ ਨੇ। ਤੇ ਟਾਕਟਾ ਪੋਟਾ ਵਰਗੇ ਇੱਥੇ ਕਾਨੂੰਨ ਦੁਆਰਾ ਘੜ ਕੇ NIA ਨੂੰ ਵੱਧ ਪਾਵਰਾਂ ਦੇ ਕੇ ਇਸ ਕਾਨੂੰਨ ਸੰਵਿਧਾਨ ਦੇ ਹੇਠ ਹੀ ਲਗਾਤਾਰ ਘੱਟ ਗਿਣਤੀਆਂ ਦਾ, ਖਾਸ ਕਰਕੇ ਪੰਜਾਬ ਦਾ, ਅਸੀਂ ਸਿੱਖਾਂ ਦੀ ਗੱਲ ਕਰੀਏ, ਸਿੱਖਾਂ ਨਾਲ ਜੋ ਵਧੀਕੀਆਂ ਕੀਤੀਆਂ ਜਾ ਰਹੀਆਂ ਨੇ ਉਹਦੇ ਖਿਲਾਫ ਅਸੀਂ ਭੰਡਾਰੀ ਪੁਲ ਤੋਂ ਦਰਬਾਰ ਸਾਹਿਬ ਤੱਕ ਇੱਕ ਬਲੈਕ ਡੇ ਰੋਸ ਮਾਰਚ ਕਾਲੇ ਝੰਡਿਆਂ ਦੇ ਨਾਲ ਕਰਾਂਗੇ। ਤੇ ਜੋ ਮੌਕੇ ਦੀ ਹਕੂਮਤਾਂ ਨੇ ਅੱਜ ਕੇਜਰੀਵਾਲ ਦੀ ਗੱਲ ਕਰ ਰਹੀਆਂ, ਰਿਹਾਈ ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਅੱਜ ਹੋ ਰਹੀ ਹੈ, ਉਹਦੇ ਵਿੱਚ ਜਿੱਥੇ ਕੇਜਰੀਵਾਲ ਜ਼ਿੰਮੇਵਾਰ, ਉੱਥੇ ਹੀ ਇੱਥੇ ਮੋਦੀ ਤੇ ਸ਼ਾਹ ਦੀ ਜਿਹੜੀ ਸਰਕਾਰ ਹੈ, ਉਹ ਸਰਕਾਰਾਂ ਨੇ ਉਹ ਬਰਾਬਰ ਦੀਆਂ ਜ਼ਿੰਮੇਵਾਰ ਨੇ। ਜੇ ਕੇਜਰੀਵਾਲ ਰਿਹਾ ਨਹੀਂ ਕਰ ਰਿਹਾ ਤੇ ਸੈਂਟਰ ਗਵਰਨਮੈਂਟ ਕੋਲ ਇਹ ਅਥਾਰਟੀ ਹੈਗੀਆਂ ਨੇ ਕਾਨੂੰਨ ਰਾਹੀਂ, ਜੋ ਵਕੀਲ ਦੱਸ ਰਹੇ ਨੇ ਕਿ ਉਹ ਇਹਨਾਂ ਨੂੰ ਆਪਣੇ ਲੈਵਲ ਤੇ ਵੀ ਰਿਹਾ ਕਰ ਸਕਦੇ ਨੇ। ਜਿਹੜੇ 9 ਬੰਦੀ ਸਿੰਘਾਂ ਦੀ ਮੇਨ ਗੱਲ ਹੋ ਰਹੀ ਹੈ, ਜਿਹੜੇ ਲੰਮੇ ਸਮੇਂ ਤੋਂ ਜੇਲ੍ਹਾਂ ਵਿੱਚ ਬੰਦ, ਜਿਹੜੀਆਂ ਆਪਣੀ ਉਮਰ ਕੈਦਾਂ ਭੋਗ ਚੁੱਕੇ ਨੇ, ਉਹਨਾਂ ਨੂੰ ਜਿਹੜਾ ਰਿਹਾ ਨਹੀਂ ਕੀਤਾ ਜਾ ਰਿਹਾ। ਲਗਾਤਾਰ ਲੰਬੇ ਸਮੇਂ ਤੋਂ ਜਿਹੜਾ 72 ਸਾਲਾਂ ਤੋਂ ਜੋ ਰੋਹ ਪੰਜਾਬ ਨੂੰ ਦੇਖਣਾ ਝੱਲਣਾ ਪੈ ਰਿਹਾ, ਉਹਦੇ ਖਿਲਾਫ ਅਸੀਂ ਜਿਹੜਾ ਇਹ ਰੋਸ ਮਾਰਚ ਕਰਾਂਗੇ। ਤੇ ਅਸੀਂ ਨੌਜਵਾਨਾਂ ਨੂੰ ਅਪੀਲ ਕਰਦੇ ਹਾਂ ਕਿ ਜਿਹੜੇ 26 ਜਨਵਰੀ ਦੇ ਜਸ਼ਨ ਮਨਾਏ ਜਾਂਦੇ ਨੇ, ਜਸ਼ਨਾਂ ਦਾ ਬਾਈਕਾਟ ਕੀਤਾ ਜਾਵੇ ਤੇ ਆਉਣ ਵਾਲੀ ਆਪਣੀ ਪੀੜ੍ਹੀ ਨੂੰ ਇਹ ਸਮਝਾਇਆ ਜਾਵੇ ਕਿ ਜਸ਼ਨ ਸਿੱਖਾਂ ਲਈ ਮਨਾਉਂਦੇ ਜਸ਼ਨ ਨਹੀਂ, ਇਹ ਸਿੱਖਾਂ ਲਈ ਕਾਲਾ ਦਿਨ ਤੇ ਕਾਲੇ ਦਿਨ ਵੱਲੋਂ ਅਸੀਂ ਜਿਹੜਾ ਇਹਨੂੰ ਮਨਾਵਾਂਗੇ। ਦਰਿਆਈ ਪਾਣੀ ਦੀਆਂ ਗੱਲਾਂ ਜਿਹੜੀਆਂ ਹਮੇਸ਼ਾ ਕੀਤੀ ਜਾਂਦੀਆਂ, ਦਰਿਆਈ ਰੇਤ ਦੀ ਗੱਲ ਕਦੀ ਨਹੀਂ ਕੀਤੀ। ਮਾਫੀਆ ਬਹੁਤ ਤਗੜਾ, ਰੇਤ ਖਾ ਗਿਆ ਸਾਰੀ, ਵੇਚ ਕੇ ਮਾਫੀਆ ਹੀ ਲੋਕਾਂ ਨੂੰ ਮਹਿੰਗੇ ਭਾਵਾਂ ਚ ਮਿਲਦੀਆਂ। ਛੇਵਾਂ ਦਰਿਆ ਵਗਦਾ ਪਿਆ, ਨਸ਼ੇ ਦੀ ਗੱਲ ਆਪਾਂ ਨਹੀਂ ਕਰਦੇ, ਪਾਣੀ ਦੀ ਗੱਲ ਕਰੀ ਜਾਂਦੇ, ਜਿਹੜਾ ਸਿਰੇ ਨਹੀਂ ਕਰਦੇ, ਉਹਦੀ ਆਵਾਜ਼ ਕਦੋਂ ਚੁੱਕੋ ਕਰਦੇ ਨੌਜਵਾਨ ਨਹੀਂ ਚੁੱਕਣਗੇ ਹੋਰ ਕੁਝ ਨਹੀਂ। ਵੇਖੋ ਮੇਰੀ ਗੱਲ ਸੁਣੋ, ਜੋ ਇਹ ਇਸ ਵੇਲੇ ਪ੍ਰੈਸਿੰਗ ਮੈਟਰਸ ਨੇ ਉਸ ਨਾਲ ਤੁਹਾਡੀ ਬਰੀਫਿੰਗ ਕੀਤੀ ਹੈ। ਜਿੱਥੇ ਤੱਕ ਰੇਤਾਂ ਦੀ ਗੱਲ ਆਉਂਦੀ ਹੈ, ਜਿੱਥੇ ਐਕਸਪਲੋਇਟੇਸ਼ਨ ਆਫ ਰਿਸੋਰਸਿਸ ਆਫ ਪੰਜਾਬ ਹੋ ਰਿਹਾ ਹੈ, ਜਿੱਥੇ ਰੇਤ ਇੱਕ ਰਿਸੋਰਸ ਹੈ ਉੱਥੇ ਪਾਣੀ ਵੀ ਇੱਕ ਰਿਸੋਰਸ ਹੈ। ਜਿੱਥੇ ਪਾਣੀ ਦੀ ਗੱਲ ਹੋਏਗੀ ਉੱਥੇ ਅਸੀਂ ਰੇਤਾਂ ਦੀ ਵੀ ਗੱਲ ਕਰਾਂਗੇ। ਐਂਡ ਜਿੱਥੇ ਤੱਕ ਡਰੱਗਸ ਦੀ ਗੱਲ ਆਉਂਦੀ ਹੈ, ਹੁਣ ਵੇਖੋ ਕਿ ਗੁਜਰਾਤ ਦੇ ਵਿੱਚ ਕਈ ਟਨ ਜਿਹੜੀ ਡਰੱਗਸ ਫੜੀ ਜਾਂਦੀ ਹੈ। ਦੋਸ਼ ਲਾਇਆ ਜਾਂਦਾ ਕਿ ਪਾਕਿਸਤਾਨ ਤੋਂ ਪੰਜਾਬ ਦੇ ਵਿੱਚ ਆਉਂਦਾ। ਮੈਂ ਪੁੱਛਣਾ ਚਾਹੁੰਦਾ ਹਾਂ ਕਿ ਜੇ ਗੁਜਰਾਤ ਤੋਂ ਪੰਜਾਬ ਆ ਰਿਹਾ ਉਹਦੇ ਬਾਰੇ ਕੋਈ ਗੱਲ ਕਿਉਂ ਨਹੀਂ ਕਰ ਰਿਹਾ? ਸੋ ਗਵਰਨਮੈਂਟ ਨੇ ਉਹਦੇ ਤੇ ਕੀ ਸ਼ਿਕੰਜਾ ਕੱਸਿਆ? ਅਸੀਂ ਜਿਹੜੀ ਸੈਂਟਰ ਦੀ ਸਰਕਾਰ ਹੈ ਉਸ ਨੂੰ ਪੁੱਛਣਾ ਚਾਹੁੰਦੇ ਹਾਂ ਕਿ ਜੇ ਗੁਜਰਾਤ ਦੇ ਵਿੱਚ ਡਰੱਗਸ ਆ ਰਹੇ ਨੇ ਤਾਂ ਸਭ ਤੋਂ ਜ਼ਿਆਦਾ ਵਰਤੋਂ ਜੇ ਪੰਜਾਬ ਦੇ ਵਿੱਚ ਕੀਤੀ ਜਾ ਰਹੀ ਹੈ ਉਹਦੀ, ਜਾਂ ਉਸ ਨੂੰ ਧਕੇਲਿਆ ਜਾ ਰਿਹਾ ਪੰਜਾਬ ਵੱਲ, ਜਾਂ ਪੰਜਾਬ ਨੂੰ ਇੱਕ ਬੁਰਾ ਆਊਟਲੁੱਕ ਦੇਣ ਲਈ ਉਸ ਨੂੰ ਧਕੇਲਿਆ ਜਾ ਰਿਹਾ ਹੈ, ਤੇ ਉਹਦੇ ਤੇ ਜਿਹੜੀ ਹੈ ਸੈਂਟਰ ਸਰਕਾਰ ਦਾ ਕੋਈ ਪ੍ਰਤੀਕਰਮ ਹੁਣ ਤੱਕ ਵੇਖਣ ਨੂੰ ਨਹੀਂ ਮਿਲਿਆ। ਇਸ ਕਰਕੇ ਅਸੀਂ ਸੈਂਟਰ ਸਰਕਾਰ ਨੂੰ ਵੀ ਕਹਿੰਦੇ ਕਿ ਉਹਦੇ ਤੇ ਆਪਣਾ ਇੱਕ ਪ੍ਰਤੀਕਰਮ ਦੇਣ, ਤੇ ਜੋ ਦੋਸ਼ ਪੰਜਾਬ ਤੇ ਡਰੱਗਸ ਦੇ ਲੱਗਦੇ ਨੇ ਪਹਿਲਾਂ ਗੁਜਰਾਤ ਨੂੰ ਜਾ ਕੇ ਸਾਂਭਣ, ਉਧਰੋਂ ਡਰੱਗਸ ਜਿਹੜੀਆਂ ਪੰਜਾਬ 'ਚ ਜਿਹੜੀਆਂ ਆ ਰਹੀਆਂ ਨੇ ਉਹਨਾਂ ਨੂੰ ਰੋਕਣ। ਰੇਤਾ ਜੀ ਅਸੀਂ ਸਰਕਾਰਾਂ ਨੂੰ ਅਪੀਲ ਕਰ ਸਕਦੇ ਹਾਂ, ਅਸੀਂ ਸਰਕਾਰਾਂ ਨੂੰ ਅਪੀਲ ਕਰਾਂਗੇ। ਹੁਣ ਜੇ ਕੱਲ ਨੂੰ ਕੋਈ ਸਰਕਾਰ ਆਂਦੀ ਹੈ, ਹੁਣ ਇਲੈਕਸ਼ਨਸ ਦਾ ਮਾਹੌਲ ਗਰਮਾਇਆ ਹੋਇਆ, ਤੇ ਕੱਲ ਨੂੰ ਜਿਹੜੀ ਵੀ ਸਰਕਾਰ ਆਏਗੀ ਉਸ ਤੋਂ ਅਸੀਂ ਇਹ ਉਮੀਦ ਹੀ ਕਰ ਸਕਦੇ ਹਾਂ, ਜਾਂ ਉਸ ਨੂੰ ਅਸੀਂ ਅਪੀਲ ਕਰ ਸਕਦੇ ਹਾਂ ਕਿ ਰੇਤਾ ਦਾ ਜੋ ਧੰਦਾ ਹੀ ਚੱਲ ਰਿਹਾ ਹੈ, ਐਕਸਪਲੋਇਟੇਸ਼ਨ ਚੱਲ ਰਹੀ ਹੈ, ਭਾਵੇਂ ਕਿਸੇ ਵੀ ਰਿਸੋਰਸ ਦੀ ਹੋਏ, ਉਸ ਤੇ ਠੱਲ ਪਾਈ ਜਾਵੇ। ਦਰਿਆਵਾਂ ਦੀ ਲੋਟ ਹੈ ਜੀ, ਰੇਤਾ ਬਿਲਕੁਲ ਰਿਸੋਰਸ ਕਾਂਗਰਸ ਦੋਸ਼ ਲਾਉਂਦੀ ਸੀ, ਲੋਕ ਇਹਨਾਂ ਦਾ ਪਰਮਾਨੈਂਟ ਸੋਲੂਸ਼ਨ ਇਹ ਹੈ ਕਿ ਲੋਕ ਜਾਗਰੂਕ ਹੋਣ। ਬਿਲਕੁਲ ਲੋਕ ਇਹਨਾਂ ਨੂੰ ਸਵਾਲ ਪੁੱਛਣ। ਨਹੀਂ ਬਿਲਕੁਲ ਨਹੀਂ ਕਿ ਮੈਂ ਵੀ ਦਰਿਆਵਾਂ ਦੇ ਕੰਢੇ ਤੇ ਵਸਿਆ ਆ, ਮੇਰਾ ਪਿੰਡ ਆ। ਜਿਹੜੀ ਗਰਾਊਂਡ ਰਿਐਲਿਟੀ ਆ ਸਾਡੀ, ਉਸ ਨੂੰ ਅਸੀਂ ਇਹ ਬਿਲਕੁਲ ਸਮਝੀਏ। ਜਿਹਦੇ ਨਾਲ ਤੇ ਡਾਇਰੈਕਟਲੀ ਪ੍ਰੋਬਲਮ ਇਹ ਰਿਲੇਟ ਕਰਦੀ ਆ, ਉਹ ਇਸ ਦੇ ਬਾਰੇ ਆਵਾਜ਼ ਚੁੱਕਦਾ। ਬਾਕੀ ਲੋਕ ਸਾਰੇ ਅਵੇਸਲੀ ਨਿੰਦੇ ਸੁੱਤੇ ਰਹਿੰਦੇ ਨੇ। ਇਸ ਦਾ ਪਰਮਾਨੈਂਟ ਸੋਲੂਸ਼ਨ ਇਹ ਹੈ ਕਿ ਲੋਕ ਜਾਗਰੂਕ ਹੋਣ। ਜਿਸ ਏਰੀਆਸ ਦੇ ਵਿੱਚ ਇਹ ਪ੍ਰੋਬਲਮ ਹੁੰਦੀ ਖਾਸ ਤੌਰ ਦੇ ਉੱਤੇ, ਉਹ ਆਵਾਜ਼ ਚੁੱਕਣ। ਆਪਣੇ ਪੋਲੀਟੀਕਲਸ ਜਿਹਨਾਂ ਨੂੰ ਉਹ ਚੁਣ ਕੇ ਭੇਜਦੇ ਨੇ ਉਹਨਾਂ ਨੂੰ ਕਟਹਿਰੇ ਦੇ ਵਿੱਚ ਖੜਾ ਕਰਨ। ਔਰ ਇਹਨਾਂ ਸਾਰੀਆਂ ਪ੍ਰੋਬਲਮਸ ਜਿਹੜੀਆਂ ਤੁਸੀਂ ਗਣਾਈਆਂ, ਚਾਹੇ ਉਹ ਨਸ਼ੇ ਦੀ ਹੋਵੇ,
ਅਨਇੰਪਲੋਇਮੈਂਟ ਹੋਵੇ, ਰੇਤ ਮਾਫੀਆ, ਦਰਿਆਈ ਪਾਣੀਆਂ, ਅਸੀਂ ਸਾਡਾ ਇਹ ਮੰਨਣਾ ਆ ਐਜ਼ ਅ ਸਿੱਖ, ਇਹਦਾ ਪਰਮਾਨੈਂਟ ਸੋਲਿਊਸ਼ਨ ਸਾਡੀ ਫਰੀडम ਦੇ ਵਿੱਚ ਪਿਆ ਆ। ਜਦੋਂ ਤੱਕ ਇੰਡੀਅਨ ਲਾਅਸ ਤੇ ਇੰਡੀਅਨ ਸੰਵਿਧਾਨ ਸਾਡੇ ਉੱਤੇ ਲਾਗੂ ਆ, ਉਹ ਇਹੋ ਜਿਹੇ ਕਰਪਟ ਲੀਡਰਸ ਹੀ ਅੱਗੇ ਆਉਣਗੇ ਜਿਹੜੇ ਇਹੋ ਜਿਹੀ ਕਰਪਸ਼ਨ ਸਮਾਜ ਦੇ ਵਿੱਚ ਕਰਦੇ ਰਹਿਣਗੇ। ਪਰਮਾਨੈਂਟ ਸੋਲਿਊਸ਼ਨ ਇਹਦਾ ਪੰਜਾਬ ਦੀ ਆਜ਼ਾਦੀ ਦੇ ਵਿੱਚ ਆ। ਜਦੋਂ ਪੰਜਾਬ ਆਜ਼ਾਦ ਹੋਵੇਗਾ, ਉਹਦੇ ਵਿੱਚ ਇੱਕ ਗੱਲ ਮੈਂ ਸ਼ੋਰ ਇਹ ਜ਼ਰੂਰ ਕਰ ਦੇਵਾਂ, ਹਾਲਾਂਕਿ ਬੜੀ ਵਾਰ ਕਿਹਾ ਜਾਂਦਾ ਕਿ ਜਦੋਂ ਪੰਜਾਬ ਆਜ਼ਾਦ ਹੋ ਜਾਏਗਾ ਉਹਦੇ ਵਿੱਚ ਇਹ ਕਰਪਟ ਲੀਡਰ ਚੱਲਣਗੇ। ਉਹੀ ਇਮਾਨਦਾਰ ਲੀਡਰਸ਼ਿਪ ਪੰਜਾਬ ਨੂੰ ਆਜ਼ਾਦੀ ਦਿਵਾਏਗੀ ਜਿਹੜੀ ਪ੍ਰੋਪਰ ਇਮਾਨਦਾਰ ਹੋਵੇਗੀ। ਇਹ ਕਰਪਟ ਦਵਾ ਹੀ ਨਹੀਂ ਪਾਉਣਗੇ। ਸੋ ਉਸ ਸਮੇਂ ਦੇ ਉੱਤੇ ਜਿਹੜਾ ਵਾ ਸੰਵਿਧਾਨ ਦੇ ਉੱਤੇ ਵਿਸ਼ਵਾਸ ਨਹੀਂ ਕਿ ਲੀਡਰਾਂ ਤੇ ਵਿਸ਼ਵਾਸ ਨਹੀਂ, ਦੋਵੇਂ ਚੀਜ਼ਾਂ ਦੇ ਐਜ਼ ਸੱਚ ਐਜ਼ ਮੌਜੂਦਾ ਸਮੇਂ ਦੇ ਉੱਤੇ ਭਾਰਤੀ ਸੰਵਿਧਾਨ ਨੇ ਜਿੰਨਾ ਸਾਡੀ ਹੋਂਦ ਮੰਨੀ ਨਹੀਂ, ਉਸ ਦੇ ਉੱਤੇ ਕੀ ਵਿਸ਼ਵਾਸ ਅਸੀਂ ਕਰੀਏ। ਜਿਹੜੀ ਲੀਡਰਸ਼ਿਪ ਹੈ ਉਹ ਤੁਹਾਡੇ ਸਾਹਮਣੇ ਹੈ। ਜਿਹੜੀਆਂ ਨੇ ਸੰਵਿਧਾਨ ਤੇ ਵਿਸ਼ਵਾਸ ਨਹੀਂ ਕਰਦੀਆਂ, ਪਰ ਸੰਵਿਧਾਨ ਦੇ ਮੁਤਾਬਕ ਵਿਧਾਨ ਸਭਾ ਚੋਣਾਂ ਹੋਣ ਜਾ ਰਹੀਆਂ, ਉਹਦੇ ਬਾਰੇ ਕੀ ਸਟੈਂਡ ਹੈ? ਜਿਹੜਾ ਸਾਡਾ ਪਾਰਟੀ ਸਟੈਂਡ ਆ, ਉਹ ਜਿਹੜਾ ਜਿਵੇਂ ਮੇਰੇ ਨਾਲ ਦੂਸਰੀਆਂ ਯੂਥ ਆਰਗੇਨਾਈਜੇਸ਼ਨਸ ਬੈਠੀਆਂ ਨੇ, ਇਹ ਆਪਣਾ ਜਿਹੜਾ, ਕਿਉਂਕਿ ਇਹ ਇੱਕ ਇਹੋ ਜਿਹਾ ਇਸ਼ੂ ਆ ਜਿਸ ਦੇ ਨਾਲ ਕੁਝ ਕੰਟਰਾਡਿਕਸ਼ਨਸ ਸਾਡੇ ਵਿੱਚ ਹੋ ਸਕਦੀਆਂ ਨੇ, ਪਰ ਸਾਡੀ ਇਹ ਕੋਸ਼ਿਸ਼ ਹੈ ਕਿ ਅਸੀਂ ਉਹਨਾਂ ਇਸ਼ੂਜ਼ ਨੂੰ ਲੈ ਕੇ ਚੱਲੀਏ ਜਿਹਦੇ ਉੱਤੇ ਸਾਡੀ ਮਿਨੀਮਮ ਕਾਮਨ ਸੈਂਸ ਜਾਂ ਜਿਹੜੀ ਮਿਨੀਮਮ ਕਾਮਨ ਪ੍ਰੋਗਰਾਮ ਹੈ ਸਾਡਾ, ਉਹ ਨਿਕਲ ਸਕਦਾ ਹੋਵੇ। ਇਲੈਕਸ਼ਨਸ ਦਲ ਖਾਲਸਾ ਦੀ ਪਾਲਿਸੀ ਹੈ ਕਿ ਇਸ ਦੇ ਵਿੱਚੋਂ ਕੁਝ ਨਹੀਂ ਨਿਕਲਣਾ। ਸਾਡਾ ਇਸ ਦੇ ਉੱਤੇ ਕੰਪਲੀਟ ਬਾਈਕਾਟ ਹੁੰਦਾ ਹੈ। ਨਾ ਅਸੀਂ ਆਪਣੇ ਨੌਜਵਾਨਾਂ ਨੂੰ ਜਾਂ ਆਪਣੇ ਕੈਡਰ ਨੂੰ ਨਾ ਤਾਂ ਇਸ ਦੇ ਵਿੱਚ ਵੋਟਾਂ ਪਾਉਣ ਦੇ ਲਈ ਕਹਿੰਦੇ ਆ, ਨਾ ਅਸੀਂ ਖੁਦ ਇਸ ਦਾ ਹਿੱਸਾ ਬਣਦੇ। ਸੋ ਸਾਡੇ ਵੱਲੋਂ ਜਿਹੜਾ ਇਲੈਕਸ਼ਨ ਦਾ ਕੰਪਲੀਟ ਬਾਈਕਾਟ ਰਹਿੰਦਾ ਹੈ। ਪਰ ਇਸ ਸਮੇਂ ਜਿਹੜੀ ਅੱਜ ਦੀ ਇਸ ਪ੍ਰੈਸ ਕਾਨਫਰੰਸ ਦਾ ਮੇਨ ਇਸ਼ੂ ਇਹੀ ਆ ਕਿ ਜਿਹੜਾ 26 ਤਰੀਕ ਨੂੰ ਜਿਹੜਾ ਸੰਵਿਧਾਨ ਹੈ, ਜਿਹੜੀਆਂ ਪਾਰਟੀਆਂ ਮੰਨਦੀਆਂ ਵੀ ਨੇ, ਤੁਸੀਂ ਵੇਖੋ ਅਕਾਲੀ ਦਲ ਜਿਹੜਾ ਮੰਨਦਾ ਸੀ, ਪਰ ਉਹਨੇ ਵੀ ਕਦੀ ਨਾ ਕਦੀ ਇਸ ਸੰਵਿਧਾਨ ਦੇ ਖਿਲਾਫ ਪ੍ਰੋਟੈਸਟ ਕੀਤੇ ਨੇ ਨਾ। ਜਿਹੜੀਆਂ ਚੀਜ਼ਾਂ ਸਿੱਖਾਂ ਦੇ ਜਿਹੜੇ ਹੱਕ ਨੇ ਉਹਨਾਂ ਦੀ ਪੂਰਤੀ ਨਹੀਂ ਕਰਦੀਆਂ, ਤੇ ਬਾਦਲ ਸਾਹਿਬ ਹੋਣੀ ਸੰਵਿਧਾਨ ਸਾੜਦੇ ਰਹੇ ਨੇ ਨਾ। ਸੋ ਇੱਕ ਦਿਨ ਨੂੰ ਲੈ ਕੇ ਅਸੀਂ ਕਰਦੇ ਪਏ ਹਾਂ। ਉਸ ਦਿਨ ਦੇ ਪ੍ਰਤੀ, ਉਸ ਸੰਵਿਧਾਨ ਦੇ ਪ੍ਰਤੀ ਜਿਹੜੀ ਸਾਡੀ ਨਾਰਾਜ਼ਗੀ ਹੈ ਜਾਂ ਸਾਡੀ ਅਪਰੋਚ ਆ, ਉਸ ਨੂੰ ਲੈ ਕੇ ਨੌਜਵਾਨ ਜਥੇਬੰਦੀਆਂ ਵੱਲੋਂ ਜਿਹੜਾ ਪ੍ਰੋਟੈਸਟ ਕੀਤਾ ਸੰਵਿਧਾਨ ਨੂੰ ਤੁਸੀਂ ਮੰਨਦੇ ਨਹੀਂ, ਸੰਵਿਧਾਨ ਮੁਤਾਬਕ ਚੋਣਾਂ 'ਚ ਤੁਸੀਂ ਹਿੱਸਾ ਨਹੀਂ ਲੈਂਦੇ, ਜਿਹੜੇ ਲੀਡਰਾਂ ਨੂੰ ਤੁਸੀਂ ਚੁਣਦੇ ਨਹੀਂ, ਫਿਰ ਉਹਨਾਂ ਤੋਂ ਆਵਾਜ਼ ਕਿਉਂ ਉਠਾਓਗੇ ਜੀ? ਉਹ ਚੁਣਨ ਦੇ ਵਿੱਚ ਤੁਹਾਡਾ ਰੋਲ ਹੀ ਕੋਈ ਗੱਲ ਇਹ ਨਹੀਂ ਹੁੰਦੀ ਕਿ ਜਿਹੜਾ ਹਰਾਨ 'ਚ ਰੋਲ ਆ, ਨਾ ਤੁਹਾਡਾ ਚੁਣਨ 'ਚ ਰੋਲ ਆ, ਫਿਰ ਆਪਣੀ ਮੰਗ ਕਿੱਦਾਂ ਰੱਖੋ? ਸੁਣੋ ਨਾ, ਗੱਲ ਇਹ ਜੋ ਸਾਡਾ ਇਹ ਮੰਨਣਾ ਹੈ ਕਿ ਗੱਲ ਇਹ ਨਹੀਂ ਆ ਵੀ ਜਿਨ੍ਹਾਂ ਨੂੰ ਤੁਸੀਂ ਚੁਣ ਕੇ ਨਹੀਂ ਭੇਜਦੇ ਤੁਸੀਂ ਉਹਨੂੰ ਸਵਾਲ ਨਹੀਂ ਕਰ ਸਕਦੇ। ਇਹ ਕੋਈ ਰੂਲ ਐਂਡ ਰੈਗੂਲੇਟ ਇਹ ਬਿਲਕੁਲ ਨਹੀਂ ਕਹਿੰਦਾ। ਇਨਸਾਨੀ ਤੌਰ ਦੇ ਉੱਤੇ ਵੀ ਜਿਹਨੂੰ ਨਹੀਂ ਵੀ ਚੁਣਿਆ, ਹੁਣ ਮੰਨ ਲਓ ਅਮਰੀਕਨ ਗੌਰਮੈਂਟ ਆ ਜਾਂ US ਆ, ਉਹਨਾਂ ਨੂੰ ਅਸੀਂ ਨਹੀਂ ਨਾ ਚੁਣਿਆ, ਪਰ ਇੱਥੇ ਦੇ ਵੇਖੋ ਕਿੰਨੇ ਕਹਿੰਦੇ ਨੇ ਕਿ ਉਹ ਅਮਰੀਕਨ ਗੌਰਮੈਂਟ ਦੀ ਇੰਟਰਵੀਨਿੰਗ ਮੰਗਦੇ ਨੇ, UN ਦੀ ਇੰਟਰਵੀਨਿੰਗ ਮੰਗਦੇ ਨੇ, ਉਹਨਾਂ ਦੇ ਉੱਥੋਂ ਇਨਵੈਸਟ ਮੰਗਦੇ ਨੇ। ਉਹ ਉਹਨਾਂ ਤੋਂ ਕਿਉਂ ਮੰਗਦੇ ਨੇ? ਐਸਾ ਚ ਤੇ ਉਹਨਾਂ ਨੂੰ ਉਹ ਚੁਣਦੇ ਨਹੀਂ। ਸੋ ਇਹ ਤੇ ਇੱਕ ਬੁਨਿਆਦੀ ਹਿਊਮਨਟੇਰੀਅਨ ਗਰਾਊਂਡਸ ਦੇ ਉੱਤੇ ਆਪਣੇ ਹੱਕਾਂ ਦੇ ਉੱਤੇ ਅਸੀਂ ਉਹਨਾਂ ਨੂੰ ਸਵਾਲਾਂ ਦੇ ਕਟਹਿਰੇ ਦੇ ਵਿੱਚ ਖੜਾ ਕਰਦੇ ਹਾਂ, ਕਿਉਂਕਿ ਜੇ ਉਹ ਉੱਥੇ ਗਏ ਨੇ, ਜੇ ਕੁਝ ਲੋਕਾਂ ਨੇ ਉਹਨਾਂ ਨੂੰ ਚੁਣ ਕੇ ਉੱਥੇ ਭੇਜਿਆ ਤਾਂ ਫਿਰ ਜਵਾਬਦੇਹੀ ਵੀ ਬਣਦੀ ਹੈ। ਸਿੱਖ ਇਤਿਹਾਸ ਹੈ ਜਿਹੜਾ ਖਾਸ ਕਰ ਸੰਵਿਧਾਨ ਨਾਲ ਰਿਲੇਟਡ, ਜਿਸ ਤਰ੍ਹਾਂ 25 ਸੋਧ ਹੈ ਜਾਂ ਹੋਰ ਇਸ ਤਰ੍ਹਾਂ, ਅਗਰ ਉਹ ਮੰਨ ਲੈਂਦੀ ਫਿਰ ਤੋਂ ਇਸ ਸੰਵਿਧਾਨ ਨਹੀਂ ਵੇਖੋ ਜੀ, ਜਦੋਂ ਸਿੱਖਾਂ ਨੇ ਕੁਰਬਾਨੀਆਂ ਕੀਤੀਆਂ ਸੀ ਨਾ ਦੇਸ਼ ਦੀ ਆਜ਼ਾਦੀ ਦੇ ਲਈ, ਭਾਈ ਸਾਹਿਬ ਜਵਾਬ ਲੈ ਲਓ ਜੀ। ਜਦੋਂ ਸਿੱਖਾਂ ਨੇ ਕੁਰਬਾਨੀਆਂ ਕੀਤੀਆਂ ਸੀ, 80% 85% ਸਿੱਖਾਂ ਨੇ, ਪੰਜਾਬੀਆਂ ਨੇ ਕੁਰਬਾਨੀਆਂ ਕੀਤੀਆਂ ਸੀਗੀਆਂ, ਤਾਂ ਸਵਾਗਤ ਕੀਤਾ ਸੀਗਾ ਇਸ ਕਨਸਟੀਟਿਊਸ਼ਨ ਦਾ ਵੀ, ਤੇ ਇੱਕ ਵਿਸ਼ਵਾਸ ਦੇ ਨਾਲ, ਕਿਉਂਕਿ ਜਿਹੜੀ ਮੈਜੋਰਟੀ ਲੀਡਰਸ ਨੇ ਸਾਨੂੰ ਇੱਕ ਵਿਸ਼ਵਾਸ ਦਿਵਾਇਆ ਸੀਗਾ ਕਿ ਤੁਹਾਨੂੰ ਬਰਾਬਰ ਦੇ ਹੱਕ ਦਿੱਤੇ ਜਾਣਗੇ। ਉੱਤਰੀ ਭਾਰਤ ਦੇ ਵਿੱਚ ਇੱਕ ਤੁਹਾਨੂੰ ਆਜ਼ਾਦ ਖਿੱਤਾ ਦਿੱਤਾ ਜਾਵੇਗਾ ਜਿਹੜਾ ਹੋਏਗਾ ਇਸ ਦੇਸ਼ ਦਾ ਪਾਰਟ, ਪਰ ਤੁਸੀਂ ਉਧਰ ਆਪਣੀ ਆਜ਼ਾਦੀ ਦਾ ਜਿਹੜਾ ਨਿੱਘ ਮਾਣ ਸਕੋਗੇ। ਪਰ ਜਦੋਂ ਉਹਦੇ ਉਲਟ ਹੁੰਦਾ ਜਾ ਰਿਹਾ ਹੈ, ਭਾਵੇਂ ਉਹ 25-20 ਹੋਵੇ, ਸਾਨੂੰ ਜਰਾਇਮ ਪੇਸ਼ਾ ਕੌਮ ਕਹਿਣਾ ਹੋਵੇ, ਸਾਡਾ ਆਨੰਦ ਮੈਰਿਜ ਐਕਟ ਹੋਵੇ, ਕੋਈ ਵੀ ਜੋ ਸਿੱਖਾਂ ਦੇ ਬੇਸਿਕ ਰਾਈਟਸ ਨੇ ਉਹਨਾਂ ਨੂੰ ਕੁਚਲਣ ਵਾਲੇ ਜਿਹੜੇ ਹੈ ਉਹ ਸਟੈਪਸ ਸਰਕਾਰ ਲੈ ਰਹੀ ਹੈ। ਵੇਖੋ ਜਰਾਇਮ ਪੇਸ਼ਾ ਹੋਵੇ ਕਿ ਸਾਰੀ ਸਿੱਖ ਕੌਮ, ਸਾਰਾ ਸਿੱਖ ਜਰਾਇਮ ਪੇਸ਼ਾ ਹੋਵੇ ਤਾਂ 10 ਸਾਲ ਮਨਮੋਹਨ ਸਿੰਘ, ਡਾਕਟਰ ਮਨਮੋਹਨ ਸਿੰਘ ਪ੍ਰਧਾਨ ਮੰਤਰੀ ਕਿੱਦਾਂ ਰਹਿ ਸਕਦੇ? ਦੇਖੋ ਜਿਹੜਾ ਭਾਰਤ ਦਾ ਜਿਹੜਾ ਪ੍ਰਧਾਨ ਸੈਂਟਰ ਨੂੰ ਕਰੋਗੇ ਨਾ, ਸਾਡੇ ਕੋਲ ਕਰਨ ਵਾਲਾ ਨਹੀਂ ਹੈਗਾ, ਜਿਹਨੇ ਨੁਮਾਇੰਦਾ ਨਹੀਂ ਸੀ, ਉਹ ਇੱਕ ਭਾਰਤ ਦਾ ਹੀ ਨੁਮਾਇੰਦਾ ਸਿੱਖ ਸੀ। ਦੇਖੋ ਭਾਰਤ ਦਾ ਨੁਮਾਇੰਦਾ ਸੀ, ਉਹ ਭਾਰਤ ਦੀ ਨੁਮਾਇੰਦਗੀ ਕਰ ਰਿਹਾ ਸੀ, ਨਾ ਉਹ ਸਿੱਖ ਕੌਮ ਦੀ ਨੁਮਾਇੰਦਗੀ ਕਰ ਰਿਹਾ ਸੀ। ਬਾਕੀ ਜਿੱਥੋਂ ਤੱਕ ਆਪਾਂ ਗੱਲ ਕਰਦੇ ਆ ਕਿ ਜੇਕਰ ਉਹ ਸੰਵਿਧਾਨ ਦੇ ਵਿੱਚ ਸੋਧ ਕਰ ਦਿੰਦੇ ਆ, ਸਿੱਖ ਕੌਮ ਦੇ ਮੰਨ ਲੈਂਦੇ ਆ ਕਿ ਵੱਖਰੀ ਨਿਆਰੀ ਕੌਮ ਆ, ਕਿ ਉਸ ਤੋਂ ਬਾਅਦ ਅਸੀਂ ਸੰਵਿਧਾਨ ਨੂੰ ਮੰਨ ਲਵਾਂਗੇ। 1984 ਤੋਂ ਬਾਅਦ ਹਿੰਦੁਸਤਾਨ ਅਤੇ ਸਿੱਖਾਂ ਵਿਚਾਲੇ ਜਿਹੜੇ ਰਿਸ਼ਤੇ, ਉਹਦੇ ਵਿੱਚ ਬੜੀ ਵੱਡੀ ਇੱਕ ਲਕੀਰ ਖਿੱਚੀ ਜਾ ਚੁੱਕੀ ਹੋਈ ਆ, ਜਿਹੜੀ ਦਰਾਰ ਆ ਉਹ ਪੈ ਚੁੱਕੀ ਹੋਈ ਆ। ਸਿੱਖ ਆਪਣਾ ਜਿਹੜਾ ਸੰਘਰਸ਼ ਆ ਉਹ ਹੁਣ ਆਜ਼ਾਦੀ ਵੱਲ ਲੈ ਕੇ ਜਾ ਰਹੇ ਆ ਕਿ ਜੇ ਦਰਬਾਰ ਸਾਹਿਬ ਉੱਤੇ ਹਮਲਾ ਹੋਇਆ ਤਾਂ ਖਾਲਿਸਤਾਨ ਦੀ ਜਿਹੜੀ ਨੀਂਹ ਆ ਉਹ ਰੱਖੀ ਜਾਵੇਗੀ। ਉਸ ਖਾਲਿਸਤਾਨ ਦੀ ਆਜ਼ਾਦੀ ਦੇ ਵਾਸਤੇ ਸਾਡੇ ਸਿੰਘਾਂ ਸੂਰਮਿਆਂ ਨੇ ਇੱਕ ਦਹਾਕਾ ਜਿਹੜੀ ਜੰਗ ਆ ਉਹ ਲੜੀ,
ਤੇ ਅੱਜ ਵੀ ਜਿਹੜੀ ਉਹ ਜੰਗ ਆ ਉਹ ਜਾਰੀ ਆ, ਚਾਹੇ ਉਹ ਲੋਕਤੰਤਰਿਕ ਤਰੀਕੇ ਦੇ ਨਾਲ, ਸ਼ਾਂਤਮਈ ਤਰੀਕੇ ਦੇ ਨਾਲ ਉਹ ਸਾਡੀ ਜਿਹੜੀ ਜਾਰੀ ਆ। ਇਸ ਸੰਵਿਧਾਨ ਦੇ ਵਿੱਚ ਜਿਹੜੀ ਸੋਧ ਆ ਉਹ ਤਾਂ ਅਸੀਂ ਫਿਰ ਵੀ ਕਰਾਉਣੀ ਆ, ਭਾਵੇਂ ਖਾਲਿਸਤਾਨ ਬਣ ਵੀ ਜਾਂਦਾ ਹੈ, ਪਰ ਇਹਦਾ ਮਤਲਬ ਇਹ ਨਹੀਂ ਕਿ ਜਿਹੜਾ ਭਾਰਤ ਆ ਉਹ ਸਾਨੂੰ ਹਿੰਦੂ ਰੂਪ ਦੇ ਵਿੱਚ ਹੀ ਦੇਖੇ। ਸਾਡੀ ਇੱਕ ਵੱਖਰੀ ਪਹਿਚਾਣ ਆ, ਸਾਡਾ ਜਿਹੜਾ ਇੱਕ ਵੱਖਰਾ ਧਰਮ ਆ। ਤੁਸੀਂ ਸੰਵਿਧਾਨ ਦੇ ਵਿੱਚ ਸੋਧ ਕਰਾਉਣ ਦੀ ਗੱਲ ਕੀਤੀ ਹੈ, ਪਰ ਸਕੂਲ ਕਾਲਜਾਂ ਦੇ ਵਿੱਚੋਂ ਜਿਹੜਾ ਵਾ ਸਿੱਖ ਧਰਮ ਦੇ ਇਤਿਹਾਸ ਨੂੰ ਜਿਹੜਾ ਉਹ ਖਤਮ ਕੀਤਾ ਜਾ ਰਿਹਾ, ਉੱਤੇ ਕੀ ਪ੍ਰਕਿਰਿਆ ਹੈ? ਦੇਖੋ, ਸੰਵਿਧਾਨ ਦੀ ਆੜ ਹੇਠ ਹੀ ਇਹ ਲੰਬੇ ਸਮੇਂ ਤੋਂ RSS ਵਰਗੀਆਂ ਜਿਹੜੀਆਂ ਸੰਸਥਾਵਾਂ ਆ ਉਹ ਸਾਡੇ ਧਰਮ ਨੂੰ, ਸਾਡੇ ਸੱਭਿਆਚਾਰ ਨੂੰ, ਸਾਡੇ ਇਤਿਹਾਸ ਨੂੰ ਜਿਹੜਾ ਨਿਸ਼ਾਨਾ ਆ ਉਹ ਬਣਾ ਰਹੇ ਆ। ਜਿਵੇਂ ਬਾਬਾ ਬੰਦਾ ਸਿੰਘ ਬਹਾਦਰ ਨੂੰ RSS ਵਰਗੀਆਂ ਸੰਸਥਾਵਾਂ ਵੱਲੋਂ ਵੀਰ ਬੰਦਾ ਬੈਰਾਗੀ ਬਣਾ ਕੇ ਪੇਸ਼ ਕੀਤਾ ਗਿਆ। ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਧਰਮ ਦੀ ਚਾਦਰ, ਉਹਨਾਂ ਨੂੰ ਹਿੰਦ ਦੀ ਚਾਦਰ ਜਿਹੜਾ ਬਣਾ ਕੇ ਆ ਉਹ ਪੇਸ਼ ਕੀਤਾ। ਹੁਣ ਸਾਹਿਬਜ਼ਾਦਿਆਂ ਦੀ ਜਿਹੜੀ ਮਹਾਨ ਸ਼ਹਾਦਤ ਹੈ, ਲਸਾਨੀ ਸ਼ਹਾਦਤ, ਉਹਨੂੰ ਵੀਰ ਬਾਲ ਦਿਵਸ ਵਜੋਂ ਜਿਹੜਾ ਮਨਾਉਣ ਦਾ ਜਿਹੜਾ ਐਲਾਨ ਆ ਪ੍ਰਧਾਨ ਮੰਤਰੀ ਮੋਦੀ ਵੱਲੋਂ ਕੀਤਾ ਜਾਂਦਾ। ਇਹ ਵੀ ਇੱਕ RSS ਦਾ ਜਿਹੜਾ ਏਜੰਡਾ ਸੀ, ਉਹਨਾਂ ਨੂੰ ਫਿੱਟ ਬੈਠਦਾ ਸੀ ਤੇ ਉਹਨਾਂ ਨੇ ਜਿਹੜਾ ਐਲਾਨ ਆ ਉਹ ਕਰ ਦਿੱਤਾ। ਹਾਲਾਂਕਿ ਲੰਬੇ ਸਮੇਂ ਤੋਂ ਸਾਡੀਆਂ ਜਿਹੜੀਆਂ ਮੰਗਾਂ ਉਹ ਲਟਕ ਰਹੀਆਂ ਆ, ਚੰਡੀਗੜ੍ਹ ਪੰਜਾਬ ਨੂੰ ਦਿੱਤਾ ਜਾਵੇ, ਪਰ ਉਹ ਐਲਾਨ ਨਹੀਂ ਕੀਤਾ ਜਾਂਦਾ। ਅੰਮ੍ਰਿਤਸਰ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਦੇਣ ਦੀ ਗੱਲ ਆ, ਉਹ ਐਲਾਨ ਨਹੀਂ ਹੁੰਦਾ। ਬੰਦੀ ਸਿੰਘਾਂ ਦੀ ਰਿਹਾਈਆਂ ਦੀ ਗੱਲ, ਉਹ ਐਲਾਨ ਨਹੀਂ। ਪਰ ਜਿਹੜਾ ਏਜੰਡਾ ਇਹਨਾਂ ਨੂੰ ਆਪਣੇ ਸਿਆਸੀ ਮਫਾਦਾਂ ਲਈ ਫਿੱਟ ਬੈਠਦਾ ਹੋਵੇ ਤੇ ਉਹ ਜਿਹੜਾ ਐਲਾਨ ਆ ਇਹਨਾਂ ਵੱਲੋਂ ਬਹੁਤ ਛੇਤੀ ਕੀਤਾ ਜਾਂਦਾ ਆ। ਸੋ ਲੰਬੇ ਸਮੇਂ ਤੋਂ ਜਿਹੜਾ ਸਿੱਖ ਕੌਮ ਉੱਤੇ ਵੱਖ-ਵੱਖ ਤਰੀਕਿਆਂ ਦੇ ਨਾਲ ਜਿਹੜੇ ਹਮਲੇ ਆ ਉਹ ਹੋ ਰਹੇ ਆ। ਸੋ ਇਹਨਾਂ ਹਮਲਿਆਂ ਦੇ ਰੋਸ ਵਜੋਂ ਹੀ ਅਸੀਂ ਜਿਹੜਾ ਕਾਲਾ ਦਿਨ ਆ ਉਹ ਮਨਾਉਣ ਵਜੋਂ ਮਜਬੂਰ ਹੋਏ ਆ। ਭਾਰਤ ਦੇ ਨਾਗਰਿਕ ਆਪਾਂ ਆਪਣੇ ਨੂੰ ਨਹੀਂ ਮੰਨਦੇ, ਕਿਉਂਕਿ ਸੰਵਿਧਾਨ ਨਹੀਂ ਮੰਨਦੇ, ਆਪਾਂ ਭਾਰਤ ਦੇ ਨਾਗਰਿਕ ਨਹੀਂ ਮੰਨਦੇ, ਕਿੱਦਾਂ ਮੰਨਾਂਗੇ? ਦੇਖੋ, ਜਿੱਥੋਂ ਤੱਕ ਭਾਰਤ ਦੀ ਨਾਗਰਿਕਤਾ ਦੀ ਗੱਲ ਆ, ਜਦੋਂ ਇਹ ਦੇਸ਼ ਗੋਰਿਆਂ ਦਾ ਜਿਹੜਾ ਗੁਲਾਮ ਹੁੰਦਾ ਸੀ, ਉਦੋਂ ਜਿਹੜਾ ਮਹਾਤਮਾ ਗਾਂਧੀ ਸੀ ਉਹਦੇ ਦੇ ਕੋਲ ਵੀ ਜਿਹੜਾ ਬ੍ਰਿਟਿਸ਼ ਪਾਸਪੋਰਟ ਹੁੰਦਾ ਸੀ। ਸੋ ਇੱਥੋਂ ਦੇ ਜਿਹੜੇ ਆਧਾਰ ਕਾਰਡ ਬਣਾਉਣੇ ਜਾਂ ਹੋਰ, ਇਹ ਸਾਡੀ ਇੱਕ ਮਜਬੂਰੀ ਹੋ ਸਕਦੀ ਹੈ। ਵੋਟਾਂ ਵਿੱਚ ਹਿੱਸਾ ਲੈਣਾ ਜਾਂ ਸਿਮਰਨਜੀਤ ਸਿੰਘ ਮਾਨ ਵਰਗੀਆਂ ਪਾਰਟੀਆਂ ਨੂੰ ਸਮਰਥਨ ਦੇਣਾ, ਕਿਉਂਕਿ ਲੜਦੀਆਂ ਤੇ ਉਹ ਵੀ ਸੰਵਿਧਾਨ ਅਨੁਸਾਰ ਚੋਣਾਂ। ਸੋ ਇਹ ਸਾਡੀ ਮਜਬੂਰੀ ਹੋ ਸਕਦੀ, ਪਰ ਸਾਡਾ ਜਿਹੜਾ ਇਸ ਸੰਵਿਧਾਨ ਦੇ ਵਿੱਚ ਕੋਈ ਜਿਹੜਾ ਵਿਸ਼ਵਾਸ ਆ ਉਹ ਨਹੀਂ ਹੈ। ਖਾਲਿਸਤਾਨ 'ਚ ਵਿਸ਼ਵਾਸ ਹੈ? ਬਿਲਕੁਲ। ਖਾਲਿਸਤਾਨ ਜਿਹੜੀ ਬਾਦਸ਼ਾਹੀ ਆ ਉਹ ਗੁਰੂ ਸਾਹਿਬ ਜੀ ਨੇ ਸਾਨੂੰ ਬਖਸ਼ਿਸ਼ ਕੀਤੀ ਹੈ। ਖੁਦ ਬਾਬਾ ਬੰਦਾ ਸਿੰਘ ਬਹਾਦਰ ਨੂੰ ਗੁਰੂ ਪਾਤਸ਼ਾਹ ਜੀ ਨੇ ਪੰਜਾਬ ਦੇ ਵੱਲ ਜਿਹੜਾ ਉਹ ਤੋਰਿਆ। ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੇ ਇੱਥੇ 40 ਸਾਲ ਜਿਹੜਾ ਰਾਜ ਆ ਉਹ ਕੀਤਾ, ਤੇ ਜਿਹਦੇ ਵਿੱਚ ਕਿਸੇ ਵੀ ਕੌਮ ਦੇ ਨਾਲ ਜਿਹੜਾ ਜ਼ੁਲਮ, ਧੱਕਾ, ਵਿਤਕਰਾ, ਬੇਇਨਸਾਫੀ ਆ ਉਹ ਨਹੀਂ ਕੀਤੀ ਜਾਏਗੀ। ਕਿਸ ਤਰ੍ਹਾਂ ਮਿਲ ਸਕਦੀ ਹੈ ਆਜ਼ਾਦੀ? ਉਸ ਆਜ਼ਾਦੀ ਦੇ ਵਾਸਤੇ ਜਿਹੜਾ ਸਾਡਾ ਸੰਘਰਸ਼ ਆ ਉਹ ਮੋਟਾ ਜਿਹਾ ਹੱਲ ਮੈਂ ਤੁਹਾਨੂੰ ਦੱਸ ਦਿੰਦਾ। 26 ਜਨਵਰੀ ਇੰਡੀਆ ਦਾ ਨੈਸ਼ਨਲ ਡੇ ਆ। ਅਸੀਂ ਆਪਣੇ ਆਪ ਨੂੰ ਉਹਦਾ ਹਿੱਸਾ ਨਹੀਂ ਮੰਨਦੇ, ਅਸੀਂ ਆਪਣੇ ਨਾਲ ਉਹਨਾਂ ਨੂੰ ਅਲੱਗ ਕਰ ਰਹੇ। ਲੋਕਾਂ ਨੂੰ ਜਾਗਰੂਕ ਕੀਤਾ ਜਾਵੇਗਾ, ਇਹਨਾਂ ਦਿਹਾੜਿਆਂ ਦੇ ਨਾਲੋਂ ਲੋਕਾਂ ਨੂੰ ਤੋੜਿਆ ਜਾਵੇ। ਆਪਣੀ ਜਿਹੜੀ ਅਸਲੀ ਪਹਿਚਾਣ ਹੈ ਉਹਦੇ ਲਈ ਲੋਕਾਂ ਨੂੰ ਦੱਸਿਆ ਜਾਵੇ। ਜਦੋਂ ਲੋਕ ਜਾਗਰੂਕ ਹੋ ਜਾਣਗੇ, ਮੂਵਮੈਂਟ ਬਣੇਗੀ, ਆਜ਼ਾਦੀ ਆ ਜਾਏਗੀ। ਇਹ ਤੁਸੀਂ ਕਹਿੰਦੇ ਹੋ ਨਾ, ਉਹ ਫੇਸਬੁੱਕ ਤੇ ਬਣਦਾ ਹੈ। ਅਸਲ ਦੇ ਵਿੱਚ ਅਸਲ ਖਾਲਿਸਤਾਨ ਜਦੋਂ ਬਣੇਗਾ ਉਦੋਂ ਤੁਹਾਨੂੰ ਵੀ ਪਤਾ ਲੱਗ ਜਾਏਗਾ, ਸਾਰੇ ਸਮਾਜ ਨੂੰ ਪਤਾ ਲੱਗ ਜਾਏਗਾ। ਮੈਂ ਸਰ ਕੁਦਰਤੀ ਰਿਹਾਈ ਦੀ ਮੰਗ ਨੂੰ ਲੈ ਕੇ ਕੋਈ ਜਥੇਬੰਦੀਆਂ ਨੇ ਅਲਟੀਮੇਟਮ ਦਿੱਤਾ, ਜੇ 26 ਤੱਕ ਰਿਹਾ ਨਾ ਕੀਤਾ ਤਾਂ ਆਪ ਦੇ ਜਿਹੜੇ ਕੈਂਡੀਡੇਟਸ ਦਾ ਘਰਾਓ ਕੀਤਾ ਜਾਏਗਾ। ਤੁਸੀਂ ਉਹਨਾਂ ਦਾ ਸਾਥ ਦਿਓਗੇ ਕਿ ਸਾਰਿਆਂ ਦਾ ਹੀ ਘਰਾਓ ਕਰੋਗੇ? ਬਿਲਕੁਲ। ਇਸ ਦੇ ਵਿੱਚ ਨਹੀਂ, ਕੱਲਾ ਆਪ ਨਹੀਂ, ਇਸ ਦੇ ਵਿੱਚ ਅਸੀਂ ਪਹਿਲਾਂ ਵੀ ਇਹ ਕਹਿ ਚੁੱਕੇ ਹਾਂ ਕਿ ਜੇ ਆਪ ਨਹੀਂ ਰਿਹਾ ਕਰਦੀ, ਬਾਈ ਚਾਂਸ ਮੰਨ ਲਓ ਕੇਜਰੀਵਾਲ ਨਹੀਂ ਰਿਹਾ ਕਰਦਾ, ਸੈਂਟਰ ਦੇ ਕੋਲ, ਮੋਦੀ ਦੇ ਕੋਲ ਤੇ ਇਹ ਪਾਵਰਸ ਹੈਗੀਆਂ ਨੇ ਨਾ ਕਿ ਉਹ ਰਿਹਾ ਕਰਦੇ, ਹੋਮ ਮਿਨਿਸਟਰੀ ਖੁਦ ਰਿਹਾ ਕਰ ਸਕਦੀ ਆ। ਕਿਉਂ ਜੇ ਇਹਦੇ ਵਿੱਚ ਕੱਲਾ ਕੇਜਰੀਵਾਲ ਤੇ ਦੋਸ਼ੀ ਹੈ ਹੀ ਆ, ਅਸੀਂ ਇਹ ਨਹੀਂ ਕਹਿ ਰਹੇ ਕਿ ਉਸ ਨੂੰ ਫ੍ਰੀ ਹੈਂਡ ਦੇ ਦਿੱਤਾ ਜਾਵੇਗਾ। ਉਸ ਦਾ ਵਿਰੋਧ ਹੋਵੇਗਾ ਜੇ ਉਹ ਆਪਣਾ ਸਟੈਂਡ ਕਲੀਅਰ ਨਹੀਂ ਕਰਦਾ। ਸਭ ਤੋਂ ਜ਼ਿਆਦਾ ਚੁਭਵੀਂ ਗੱਲ ਇਹ ਹੈ ਇਸ ਵਕਤ ਕਿ ਇੰਨੀਆਂ ਗੱਲਾਂ ਬਾਹਰ ਪਬਲਿਕ ਡੋਮੇਨ ਦੇ ਵਿੱਚ ਆਉਣ ਦੇ ਬਾਵਜੂਦ ਕੇਜਰੀਵਾਲ ਚੁੱਪ ਆ। ਪਹਿਲਾਂ ਆਪਣੀ ਚੁੱਪੀ ਤੋੜੇ, ਗੱਲ ਕਲੀਅਰ ਕਰੇ ਕਿ ਫਾਈਲ ਦਾ ਇਸ ਵਕਤ ਸਟੇਟਸ ਕੀ ਆ। ਉਸ ਤੋਂ ਬਾਅਦ ਅਗਲਾ ਜਿਹੜਾ ਪ੍ਰੋਗਰਾਮ ਬਣਦਾ, ਜਦੋਂ ਤੱਕ ਉਹ ਨਹੀਂ ਕਰਦਾ ਉਦੋਂ ਤੱਕ ਕੇਜਰੀਵਾਲ ਦਾ ਵਿਰੋਧ ਹੋਵੇਗਾ। ਔਰ ਜੇ ਉਸ ਫਾਈਲ ਦੀ, ਜਿਵੇਂ ਕਿ ਕੱਲ੍ਹ ਭਗਵੰਤ ਮਾਨ ਨੇ ਇਹ ਇੱਕ ਬਿਆਨ ਵੀ ਦਿੱਤਾ ਹੈ ਕਿ ਜਿਹੜੀ ਫਾਈਲ ਆ ਉਹ ਲੈਫਟੀਨੈਂਟ ਗਵਰਨਰ ਦੇ ਕੋਲ ਪਈ ਹੋਈ ਆ, ਜੇ ਉਹ ਸਟੇਟਸ ਆ ਤੇ ਇਹ ਇੱਕ ਚੰਗਾ ਸੰਕੇਤ ਵੀ ਆ। ਪਰ ਜੋ ਵੀ ਸਟੇਟਸ ਆ ਘੱਟੋ ਘੱਟ ਕੇਜਰੀਵਾਲ ਜਿਹੜਾ ਉਹ ਕਲੀਅਰ ਕਰੇ। ਔਰ ਜੇ ਉਹ ਨਹੀਂ ਤੇ ਅਸੀਂ ਇਸ ਦੇ ਵਿੱਚ ਕੇਂਦਰ ਸਰਕਾਰ ਤੇ ਦਿੱਲੀ ਸਰਕਾਰ ਨੂੰ ਦੋਵਾਂ ਨੂੰ ਬਰਾਬਰ ਦੇ ਦੋਸ਼ੀ ਸਮਝਦੇ, ਦੋਵਾਂ ਦਾ ਵਿਰੋਧ ਕਰਾਂਗੇ। ਠੀਕ ਹੈ।